सत श्री अकाल दोस्तों, वैलकम टू डोर स्टैप एजुकेशन पॉइंट। उम्मीद करदा तुसीं सारे वधिया होने आ। अज दी क्लास विच आपां SST दे कुछ प्रश्नां नूं डिस्कस करन जा रहे हां। ये क्लास तुहाडे PS टैट एंड CTET एग्जाम लई काफ़ी इंपॉर्टेंट है। सो शुरू करदे हां अज दी अपनी वीडियो नूं। अज दी क्लास विच आपां जिहड़े प्रश्नां नूं डिस्कस करन जा रहे हां, जिहदा पहला प्रश्न है जी, ऑल डिस्प्यूट्स रिगार्डिंग फैडरल मैटर्स कम अंडर विच काइंड ऑफ जुरिडिक्शन ऑफ सुप्रीम कोर्ट ऑफ इंडिया। केंद्र ते राज सरकारां नाल संबंधित सारे विवाद सुप्रीम कोर्ट दे किहड़े खेतर अधिकार विच आउंदे हन? कि इहदा जवाब ओरिजिनल जुरिडिक्शन है, प्रारंभिक खेतर अधिकार। ऑप्शन नंबर बी रिट जुरिडिक्शन, आदेश संबंधित खेतर अधिकार। या फिर ऑप्शन नंबर सी अपीलेट जुरिडिक्शन, अपील दे खेतर अधिकार। या फिर ऑप्शन नंबर डी एडवाइजरी जुरिडिक्शन, सलाहकारी खेतर अधिकार। ਇਹਦਾ ਜਿਹੜਾ सही जवाब है जी, ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਜੁਰਿਡਿਕਸ਼ਨ ਹੁੰਦੀ ਹੈ, ਕਿਹੜੀ ਜੁਰਿਡਿਕਸ਼ਨ ਦੀ ਗੱਲ ਕੀਤੀ ਜਾ ਰਹੀ ਹੈ? ਜਿਹੜੀ ਕਿ ਫੈਡਰਲ ਮੈਟਰਸ। ਐਂਡ ਇਹ ਫੈਡਰਲ ਮੈਟਰਸ ਕਿਹੜੇ ਮੈਟਰਸ ਹੁੰਦੇ ਆ ਜੀ? ਜਿਵੇਂ ਕਿ ਆਪਾਂ ਡਿਸਪਿਊਟ ਕਹਿ ਸਕਦੇ ਹਾਂ ਕਿਹਨਾਂ ਦੇ ਵਿੱਚ ਗੌਰਮੈਂਟ ਆਫ ਇੰਡੀਆ ਜਾਂ ਫਿਰ ਕਿਸੇ ਇੱਕ ਤੋਂ ਵੱਧ ਜਿਹੜੀਆਂ ਸਟੇਟਾਂ ਹੁੰਦੀਆਂ ਨੇ ਉਹਨਾਂ ਵਿੱਚ ਵਿਚਕਾਰ ਜਦੋਂ ਕੋਈ ਵਿਵਾਦ ਹੋ ਜਾਵੇ, ਜਾਂ ਫਿਰ ਕੋਈ ਸਰਕਾਰ ਦਾ ਜਿਹੜਾ ਵਿਵਾਦ ਹੈਗਾ ਆ ਕਿਸੇ ਦੂਜੀ ਰਾਜ ਸਰਕਾਰ ਨਾਲ ਵਿਵਾਦ ਹੋ ਜਾਵੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਦੋ ਰਾਜਾਂ ਵਿਚਕਾਰ ਜੇਕਰ ਕੋਈ ਝਗੜਾ ਜਾਂ ਫਿਰ ਵਿਵਾਦ ਹੋ ਜਾਂਦਾ ਹੈ, ਉਹਨੂੰ ਆਪਾਂ ਓਰੀਜਨਲ ਜੁਰਿਡਿਕਸ਼ਨ ਦਾ ਨਾਮ ਦਿੰਦੇ ਹਾਂ, ਪ੍ਰਾਰੰਭਿਕ ਖੇਤਰ ਅਧਿਕਾਰ। ਆਪਸ਼ਨ ਨੰਬਰ ਏ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਤੁਹਾਡੇ ਤੋਂ ਪੁੱਛ ਰਿਹਾ ਹੈ, ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਮੀਨਸ ਸੰਸਦੀ ਰੂਪ ਵਿੱਚ ਬਣੀ ਸਰਕਾਰ ਤੋਂ ਭਾਵ ਹੈ ਕਿ ਲੈਜਿਸਲੇਟਿਵ ਐਂਡ ਐਗਜ਼ੀਕਿਊਟਿਵ ਆਰ ਸੈਪਰੇਟ। ਵਿਧਾਨ ਮੰਡਲ ਤੇ ਕਾਰਜਕਾਰੀ ਮੰਡਲ ਦੋਵੇਂ ਵੱਖਰੀਆਂ ਹਨ। ਲੈਜਿਸਲੇਚਰ ਐਂਡ ਐਗਜ਼ੀਕਿਊਟਿਵ ਆਰ ਇੰਟਰਡਿਪੈਂਡੈਂਟ। ਵਿਧਾਨ ਮੰਡਲ ਤੇ ਕਾਰਜਕਾਰੀ ਮੰਡਲ ਦੋਵੇਂ ਇੱਕ ਦੂਜੇ ਤੇ ਨਿਰਭਰ ਹਨ। ਆਪਸ਼ਨ ਨੰਬਰ ਸੀ ਪ੍ਰੈਜ਼ੀਡੈਂਟ ਇਜ਼ ਪੋਲੀਟੀਕਲ ਹੈਡ ਆਫ ਦ ਸਟੇਟ। ਰਾਸ਼ਟਰਪਤੀ ਰਾਜ ਦੀ ਸਿਆਸੀ ਮੁੱਖ ਨੇਤਾ ਹੁੰਦਾ ਹੈ। ਆਪਸ਼ਨ ਨੰਬਰ ਡੀ ਲੈਜਿਸਲੇਚਰ ਡਜ਼ ਨਾਟ ਕੰਟਰੋਲ ਐਗਜ਼ੀਕਿਊਟਿਵ। ਵਿਧਾਨ ਮੰਡਲ ਕਾਰਜਕਾਰੀ ਮੰਡਲ ਨੂੰ ਆਪਣੇ ਅਧੀਨ ਨਹੀਂ ਰੱਖ ਸਕਦੀ। ਇਹਦਾ ਜਵਾਬ ਸਹੀ ਹੋਊਗਾ ਜੀ ਆਪਸ਼ਨ ਨੰਬਰ ਬੀ, ਕਿ ਆਪਣੀ ਜਿਹੜੀ ਪਾਰਲੀਮੈਂਟ ਹੈਗੀ ਆ ਨਾ, ਇਹਦੇ ਵਿੱਚ ਤੁਹਾਨੂੰ ਮਤਲਬ ਪਾਰਲੀਮੈਂਟਰੀ ਫਾਰਮ ਆਫ ਜਿਹੜੀ ਸਰਕਾਰ ਆਪਾਂ ਨੂੰ ਵੇਖਣ ਨੂੰ ਮਿਲਦੀ ਹੈਗੀ ਹੈ ਜੀ, ਇਹਦੇ ਵਿੱਚ ਲੈਜਿਸਲੇਚਰ ਐਂਡ ਐਗਜ਼ੀਕਿਊਟਿਵ ਕੀ ਹੁੰਦੇ ਨੇ? ਇੰਟਰਡਿਪੈਂਡੈਂਟ ਹੁੰਦੇ ਨੇ। ਮਤਲਬ ਇਹ ਕਿ ਆਪਣੇ ਨਾ ਜਿਵੇਂ ਕਿ ਐਗਜ਼ੀਕਿਊਟਿਵ ਹੁੰਦੀ ਆ, ਲੈਜਿਸਲੇਚਰ ਹੁੰਦੀ ਆ ਐਂਡ ਜੁਡੀਸ਼ਰੀ ਵੀ ਤੁਹਾਨੂੰ ਵੇਖਣ ਨੂੰ ਮਿਲ ਜਾਂਦੀ ਹੈ। ਇਹਨਾਂ ਦੀਆਂ ਜਿਹੜੀਆਂ ਪਾਵਰਸ ਹੁੰਦੀਆਂ ਨੇ ਇੱਕ ਦੂਜੇ ਤੋਂ ਸੈਪਰੇਟ ਬੇਸ਼ੱਕ ਹੁੰਦੀਆਂ ਨੇ, ਬਟ ਇਹ ਇੱਕ ਦੂਜੇ 'ਤੇ ਇੰਟਰਡਿਪੈਂਡੈਂਟ ਵੀ ਹੁੰਦੀਆਂ ਨੇ। ਮਤਲਬ ਕਿ ਇਹਨਾਂ ਵਿੱਚ ਜਿਹੜਾ ਕੋਆਰਡੀਨੇਸ਼ਨ ਹੈਗਾ ਆ ਆਪਸ ਵਿੱਚ ਇਹ ਰਲ ਮਿਲ ਕੇ ਚੱਲਣ, ਜਿਹਦੇ ਕਰਕੇ ਇਹ ਇੱਕ ਦੂਜੇ 'ਤੇ ਇੰਟਰਡਿਪੈਂਡੈਂਟ ਹੁੰਦੀਆਂ ਨੇ। ਆਪਸ਼ਨ ਨੰਬਰ ਬੀ ਨੂੰ ਕਰੋ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਨੈਕਸਟ ਪ੍ਰਸ਼ਨ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਹੈ, ਸੈਕੂਲਰਿਜ਼ਮ ਰੈਫਰ ਟੂ ਦ separation of religion from the state. Which of the following would violate India policy of secularism? ਧਰਮ ਨਿਰਪੱਖਤਾ ਇਸ ਦਾ ਹਵਾਲਾ ਦਿੰਦਾ ਹੈ ਕਿ ਧਰਮ ਰਾਜ ਨਾਲੋਂ ਵੱਖਰਾ ਹੈ। ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਭਾਰਤ ਦੀ ਧਰਮ ਨਿਰਪੱਖਤਾ ਦੀ ਨੀਤੀ ਦੀ ਉਲੰਘਣਾ ਕਰਦਾ ਹੈ? ਵੇਖੋ ਕਿਹੜੀ ਗੱਲ ਇੱਥੇ ਸੈਕੂਲਰਿਜ਼ਮ ਬਾਰੇ ਗਲਤ ਲਿਖੀ ਹੋਈ ਹੈ। ਇਹ ਪੁੱਛਿਆ ਜਾ ਰਿਹਾ ਹੈ ਨਾ ਕਿ ਵਾਇਓਲੇਟ ਕਰ ਰਿਹਾ ਹੈ। ਕਿਹੜੀ ਇਹੋ ਜਿਹੀ ਗੱਲ ਹੋਊਗੀ ਜਿਹੜੀ ਕਿ ਸੈਕੂਲਰਿਜ਼ਮ ਨੂੰ ਵਾਇਓਲੇਟ ਕਰਦੀ ਹੈ? ਆਪਸ਼ਨ ਨੰਬਰ ਏ ਵੇਖੋ, ਸਟੇਟ ਡਿਸਟੈਂਸਿੰਗ ਫਰੋਮ ਰਿਲੀਜਨ, ਕਿ ਰਾਜ ਧਰਮ ਤੋਂ ਦੂਰ ਰਹੇ। ਆਪਸ਼ਨ ਨੰਬਰ ਬੀ ਸਟੇਟ ਇੰਟਰਵੇਨਿੰਗ ਇਨ ਰਿਲੀਜਨ ਬੇਸਡ ਪਰਸਨਲ ਲਾਅ, ਕਿ ਰਾਜ ਧਰਮ ਦੇ ਆਧਾਰ 'ਤੇ ਬਣੇ ਕਾਨੂੰਨ ਵਿੱਚ ਦਖਲ ਦੇਵੇ। ਜਾਂ ਫਿਰ ਆਪਸ਼ਨ ਨੰਬਰ ਸੀ ਸਟੇਟ ਗਿਵਿੰਗ ਫਾਈਨੈਂਸ਼ੀਅਲ ਏਡ ਟੂ ਰਿਲੀਜੀਅਸ ਕਮਿਊਨਿਟੀ ਟੂ ਸੈਟ ਦੇਅਰ ਸਕੂਲ, ਰਾਜ ਆਰਥਿਕ ਰੂਪ ਵਿੱਚ ਮਦਦ ਦੇਵੇ ਤਾਂ ਕਿ ਧਰਮ ਦੇ ਆਧਾਰ 'ਤੇ ਸਕੂਲ ਖੋਲ੍ਹੇ ਜਾਣ। ਜਾਂ ਫਿਰ ਆਪਸ਼ਨ ਨੰਬਰ ਡੀ ਸੈਲੀਬ੍ਰੇਸ਼ਨ ਆਫ ਰਿਲੀਜੀਅਸ ਫੈਸਟੀਵਲ ਇਨ ਗੌਰਮੈਂਟ ਸਕੂਲ, ਕੀ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਧਾਰਮਿਕ ਤਿਉਹਾਰ ਮਨਾਏ ਜਾਣ। ਆਪਸ਼ਨ ਨੰਬਰ ਜਿਹੜਾ ਡੀ ਹੈ ਜੀ, ਇਹ ਤੁਹਾਡਾ ਜਵਾਬ ਸਹੀ ਹੋਵੇਗਾ। ਮਤਲਬ ਕਿ ਇਹ ਗੱਲ ਵਾਇਓਲੇਟ ਕਰਦੀ ਹੈਗੀ ਆ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਨੂੰ, ਕਿ ਆਪਾਂ ਕਦੇ ਵੇਖਿਆ ਹੈ ਕਿ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕਿਸੇ ਸਪੈਸੀਫਿਕ ਧਰਮ ਦਾ ਜਿਹੜਾ ਫੈਸਟੀਵਲ ਹੈਗਾ ਜੀ ਇਹ ਮਨਾਇਆ ਜਾਵੇ? ਮਤਲਬ ਸਰਕਾਰ ਵੱਲੋਂ ਇਹ ਜੇਕਰ ਤੁਹਾਡੇ ਵੱਲੋਂ ਇਹ ਮਨਾਇਆ ਜਾਂਦਾ ਹੈ ਤਾਂ ਇਹ ਕੀ ਹੈਗੀ ਆ? ਵਾਇਓਲੇਸ਼ਨ ਹੈਗੀ ਆ ਸੈਕੂਲਰਿਜ਼ਮ ਦੀ।
बाकी दियां तीन जिहड़ियां ऑप्शनां ने ये बिल्कुल सही ने जी, जिस दे अकॉर्डिंग सैकुलरिज्म की जदों भी आपां गल करते हैं कि स्टेट नूं की करना चाहिए है, स्टेट जिहड़ी हुंदी है या फिर सरकार हुंदी है डिस्टेंसिंग फ्रॉम रिलीजन, कि इनू मतलब कि राज धर्म तो दूर रखना चाहिए है। स्टेट इंटरवीनिंग इन रिलीजन मतलब कि सरकार की गल की जा रही है स्टेट की, कि सरकार की करेगी रिलीजन बेस्ड परसनल लॉ। मान लो कि कोई धर्म का कोई लॉ हैगा आ जिहड़ा कि किसी की परसनल फ्रीडम नूं वायोलेट कर रहा, तो उहदे विच सरकार बिल्कुल दखल अंदाजी कर सकती है। ये तो बिल्कुल सही गल है। ऑप्शन नंबर जे तुसीं सी वेखदे हो, स्टेट गिविंग फाइनैशियल एड टू रिलीजियस कम्यूनिटी टू सैट देयर स्कूल, ये गल बिल्कुल ठीक हैगी आ। कई बार स्टेट द्वारा सरकार द्वारा फाइनैशियल एड दी जाती है किसी भी धर्म की, मतलब कि उन्हें आपका जो कोई स्कूल वगैरह खोलना होंदा है। सो ऑप्शन नंबर डी इज़ द राइट आंसर, कि कोई भी स्कूल आपदे स्कूल विच कोई भी स्कूल मतलब कि अपने इंस्टीट्यूशन दे विच धार्मिक जिहड़ा त्यौहार है वो नहीं मनाया जा सकता। ये हैगी आ वायोलेशन सैकुलरिज्म की। चलते हैं जी अगले प्रश्न ते, विच ऑफ द फॉलोइंग वॉज इशूड बाय जनरल परवेज मुशर्रफ इन 2002 एट अमेंड द कंस्टिट्यूशन ऑफ पाकिस्तान। हेठले आदेशों विचों किहड़े आदेश जनरल परवेज मुशर्रफ ने 2002 विच पाकिस्तान के संविधान नूं शोधन लई जारी किया सी? की उसका नाम लीगल फ्रेमवर्क ऑर्डर है, ऑप्शन नंबर बी कंस्टिट्यूशनल अमेंडमेंट ऑर्डर है, या फिर ऑप्शन नंबर सी लॉ चेंजिंग ऑर्डर, या फिर ऑप्शन नंबर डी कंस्टिट्यूशनल फ्रेमवर्क ऑर्डर। सही जवाब हैगा जी ਇਹਦਾ लीगल फ्रेमवर्क ऑर्डर। मतलब कि ये इन्हां वालों जिहड़ा जनरल परवेज मुशर्रफ 2002 ਦੇ ਵਿੱਚ ਅਮੈਂਡ ਕਰਨ ਦਾ ਜਿਹੜਾ कि इन्हां विचों किहड़ा आदेश ਸੀਗਾ ਜਿਹੜਾ कि जनरल परवेज मुशर्रफ ने 2002 ਵਿੱਚ पाकिस्तान के संविधान ਨੂੰ शोधन ਲਈ जारी ਕੀਤਾ ਸੀ। ਇਹਦਾ ਜਿਹੜਾ सही जवाब है जी वो हैगा जी ऑप्शन नंबर ए लीगल फ्रेमवर्क ऑर्डर। ये ऑप्शन नंबर ए इज़ द राइट आंसर। एंड इस दे नाल ही आपां चलदे हां जी अगले प्रश्न ते। अगला जिहड़ा प्रश्न है जिहदे विच तुहाडे तो पुछा जा रहा है, विच ऑफ द फॉलोइंग इज़ नॉट करैक्ट अबाउट डेमोक्रेसी। किहड़ी गल डेमोक्रेसी बारे गलत लिखी हुई है? हेठ लिखित विचों किहड़ा कथन लोकतंत्र लई सही नहीं है? रूलिंग पार्टी शुड हैव फेयर चांस ऑफ लूजिंग, की जिहड़ी रूलिंग पार्टी हैगी है राजकर्ता पार्टी दे भी हारन की पूरी संभावना हो सकती है। ऑप्शन नंबर बी होल्डिंग इलैक्शन ऑफ एनी काइंड इज़ सफिशेंट, किसी भी तरीके नाल चोण हो सकती है, या फिर ऑप्शन नंबर सी नो कंट्री इन द वर्ल्ड इज़ एन आइडियल डेमोक्रेसी, संसार की कोई भी जिहड़ा देश है जी एक आदर्श लोकतंत्र नहीं है, या फिर ऑप्शन नंबर डी रिप्रजेंटेटिव डेमोक्रेसी इज़ मोस्ट कॉमन डेमोक्रेसी। सो ਇਹਦਾ ਜਿਹੜਾ सही जवाब होगा जी वो की है, ਇੱਥੇ लिखिया होया नॉट करैक्ट। ਕਿਹੜੀ ਗੱਲ ਡੈਮੋਕ੍ਰੇਸੀ ਤੋਂ ਬਾਰੇ ਸਹੀ नहीं हैगी? ऑप्शन नंबर जे ਤੁਸੀਂ ए ਨੂੰ ਵੇਖਦੇ ਹੋ ਕਿ ਰੂਲਿੰਗ ਪਾਰਟੀ बिल्कुल हार सकती है जी, ਉਹਦੇ ਚਾਂਸਸ ਹੁੰਦੇ ਆ ਜੇਕਰ उस पार्टी ने काम नहीं किया तो पार्टी ने हारना ही है ना। तो ऑप्शन नंबर जिहड़ा बी है ना ये जवाब तुहाडा सही होगा, क्योंकि तुहाडे तो पूछा के जा रहा सी कि किहड़ी गल इत्थे नॉट करैक्ट है। ऑप्शन नंबर बी इज़ नॉट करैक्ट बिकॉज कि कोई भी इलैक्शन होल्डिंग इलैक्शन ऑफ एनी काइंड इज़ सफिशेंट, किसी भी तरीके नाल चोण हो सकती है, मतलब ये नहीं हैगा पॉसिबल। ठीक है ना, इस लॉजिक अकॉर्डिंग तो एक जिहड़ी सरकार आ जाऊगी वो तो फिर भी है ना भी 50 साल बाद इलैक्शन करवावे, मतलब कि ये डेमोक्रेसी में गल ठीक नहीं लिखी हुई। ऑप्शन नंबर तुसी बी नूं तुसी टिक कर लियो। एंड ये गल भी ठीक है जी, मतलब कि इन्होंने इत्थे नॉट लिखा सी ना, आपां एक बार करैक्ट वालियां दी भी गल कर लैंदे आ कि नो कंट्री इन द वर्ल्ड इज़ एन आइडियल डेमोक्रेसी। सो ये गल ठीक है ना कि संसार की कोई भी जिहड़ा देश हैगा जी लोकतंत्र आदर्श लोकतंत्र नहीं है। रिप्रजेंटेटिव डेमोक्रेसी इज़ मोस्ट कॉमन डेमोक्रेसी, ये भी गल ठीक लिखी हुई है जी। बट ऑप्शन नंबर बी डेमोक्रेसी बारे ये गलत लिखी हुई है। चलते हैं जी अगले प्रश्न ते। अगला प्रश्न है आइडेंटिफाई द स्टेट टचिंग ट्रॉपिक ऑफ कैंसर, कि तुसी उन्हां स्टेट्स के नाम दसने हैं जिहड़ी कि ट्रॉपिक ऑफ कैंसर नूं टच करती है। गुजरात, उड़ीसा, वैस्ट बंगाल। गुजरात, उत्तर प्रदेश, वैस्ट बंगाल, दो बार लिखा गया जी ये, सॉरी गुजरात इत्थे उत्तर प्रदेश भी लिखा होया। ऑप्शन नंबर सी मध्य प्रदेश, झारखंड ते त्रिपुरा। उड़ीसा, झारखंड अते त्रिपुरा। सही जवाब की है जी? सही जवाब तुसी मैनू आप ही वेख के दस दो कि इत्थे मैं तुहाडे सामने कुछ स्टेट पेश कीतियां ने जी। 8 स्टेट्स ने, गुजरात हो गया, राजस्थान हो गया, मध्य प्रदेश हो गया, छत्तीसगढ़ हो गया, झारखंड हो गया, पश्चिम बंगाल, त्रिपुरा एंड मिजोरम। सो ਇਹਦਾ ਜਿਹੜਾ सही जवाब है जी वो की है जी ऑप्शन नंबर सी। ਆਪਾਂ ਕਿਹਦੀ ਗੱਲ कर रहे सी?
मध्य प्रदेश, झारखंड एंड त्रिपुरा। वेखो जी, मध्य प्रदेश है तीसरे नंबर पर, झारखंड है 5वें नंबर पर, त्रिपुरा है 7वें नंबर पर। सो ये ਜਿਹੜੀਆਂ ऑप्शनां ने ये जवाब सही होना सी। एंड बाकी ਦੀਆਂ स्टेट्स ਨੂੰ भी तुसी रट ही लो, मैं तो यही कहूँगा याद कर लो, रट लो, इनू पेपर ਵਿੱਚ ਇਹ आ सकते हैं। सो ਇਹਨੂੰ ਤੁਸੀਂ ਧਿਆਨ ਨਾਲ ਵੇਖ ਲਿਓ। अगले प्रश्न ਨੂੰ ਵੇਖ ਲੈਂਦੇ ਆ ਜੀ। द वर्ल्ड फास्टेस्ट लैंड मैमल द चीता is a unique and specialized member of the cat family. Prior to the 20th century, cheetah were widely distributed throughout Africa and Asia. The species were declared extinct in India long back in 1952. Asian cheetah is newly extinct mainly due to, मतलब इन्होंने एशियन चीता की गल की है कि एशियन जिहड़े चीता ने ये मरन जा रहे हैं। मतलब कि की कारण हैगा ਇਹਦਾ ਕੀ ਕਾਰਨ ਹੈ ਜੀ? ਦੁਨੀਆ ਦੇ ਸਭ ਤੋਂ ਤੇਜ਼ ਜ਼ਮੀਨ ਤੇ ਦੌੜਨ ਵਾਲਾ ਸਤਨਧਾਰੀ ਚੀਤਾ, ਜਿਹਦਾ ਇੱਥੇ ਇਹਨਾਂ ਨੇ ਸਾਇੰਟੀਫਿਕ ਨੇਮ ਦਿੱਤਾ ਹੋਇਆ, ਉਹ ਤੁਸੀਂ ਪੜ੍ਹ ਸਕਦੇ ਹੋ। ਸਭ ਤੋਂ ਵਧੀਆ ਤੇ ਪ੍ਰਮੁੱਖ ਬਿੱਲੀਆਂ ਦੀ ਜਾਤੀ ਦਾ ਹਿੱਸਾ ਹੈ। 20ਵੀਂ ਸਦੀ ਤੋਂ ਪਹਿਲਾਂ ਚੀਤਾ ਵੱਡੇ ਪੈਮਾਨੇ ਤੇ ਅਫਰੀਕਾ ਦੇ ਤੇ ਏਸ਼ੀਆ ਵਿੱਚ ਮਿਲਦਾ ਸੀ। ਇਸ ਜਾਤੀ ਨੂੰ ਭਾਰਤ ਵਿੱਚ ਬਹੁਤ ਸਾਲ ਪਹਿਲਾਂ 1952 ਵਿੱਚ ਖਤਮ ਹੋਣ ਦੀ ਕਗਾਰ 'ਤੇ ਕੋਸ਼ਿਸ਼ ਕੀਤਾ ਗਿਆ। ਇਸ ਦਾ ਕਾਰਨ ਏਸ਼ੀਆਈ ਚੀਤਾ ਖਤਮ ਹੋਣ ਦੀ ਕਗਾਰ 'ਤੇ ਹੈ। ਕੀ ਕਾਰਨ ਹੈਗਾ ਜਿਸ ਦਾ? कि ये ग्लोबल वार्मिंग कारण है, पोल्यूशन है, माइग्रेशन है, या फिर डिक्लाइन ऑफ अवेलेबल हैबिटेट एंड प्रे। सो ਇਹਦਾ मैं सीधा जवाब दसूँगा जी ਤੁਹਾਨੂੰ। ऑप्शन नंबर ਤੁਹਾਡਾ डी जवाब सही है। क्यों सही है जी? क्योंकि ਹੁਣ ਨਾ ਜਿਹੜੇ ਲੋਕ ਨੇ ਉਹਨਾਂ ਦੀ ਆਬਾਦੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਆਬਾਦੀ ਦਿਨੋਂ ਦਿਨ ਵਧਣ ਕਰਕੇ ਲੋਕਾਂ ਦੀ ਜਿਹੜੀ ਖੁਰਾਕ ਹੈ ਜੀ ਉਹ ਵੀ ਵਧੂਗੀ ਨਾ। ਮਤਲਬ ਕਿ ਲੋਕਾਂ ਨੂੰ ਫੂਡ ਚਾਹੀਦਾ ਤੇ ਕੀ ਹੋਊਗਾ? ਲੋਕ ਜੰਗਲਾਂ ਨੂੰ ਕੱਟਣਗੇ ਤਾਂ ਕੀ ਹੋਊਗਾ? ਜੰਗਲਾਂ ਨੂੰ ਕੱਟਣਗੇ ਤੇ ਜਿਹੜੇ ਜਾਨਵਰ ਹੋਣਗੇ ਜੀ ਉਹਨਾਂ ਦੇ ਘਰ ਵੀ ਆਪਾਂ ਉਜਾੜਨੇ ਆ। ਉਹਨਾਂ ਦੇ ਜੇਕਰ ਆਪਾਂ ਘਰ ਉਜਾੜ ਰਹੇ ਹਾਂ ਤੇ ਮਤਲਬ ਕਿ ਉਹ ਜਿਹੜੇ ਜਾਨਵਰ ਹੈਗੇ ਆ ਉਹਨਾਂ ਦੇ ਜਿਹੜੇ ਘਰ ਹੈਗੇ ਆ ਜੀ ਖਤਮ ਹੋਣਗੇ। ਐਂਡ ਉਹਨਾਂ ਦੇ ਜਿਹੜੇ ਸ਼ਿਕਾਰ ਹੋਣਗੇ ਉਹ ਵੀ ਖਤਮ ਹੋਣਗੇ। ਕਿਉਂਕਿ ਜਿਹੜੇ ਜਾਨਵਰ ਹੁੰਦੇ ਨੇ ਆਹ ਵਾਲੇ, ਆਪਾਂ ਜਿਵੇਂ ਕਿ ਚੀਤਾ ਦੀ ਗੱਲ ਕਰਦੇ ਹਾਂ, ਚੀਤਾ ਨੇ ਖਾਣਾ ਕੀ ਆ? ਮਾਸ ਖਾਣਾ। ਤੇ ਜਦੋਂ ਆਪਾਂ ਜੰਗਲਾਂ ਨੂੰ ਵੱਢਾਂਗੇ ਤੇ ਜਿਵੇਂ ਕਿ ਹਿਰਨ ਵਗੈਰਾ ਹੋ ਗਏ ਜਿਨ੍ਹਾਂ ਦਾ ਇਹਨਾਂ ਨੇ ਮਾਸ ਖਾਣਾ ਹੁੰਦਾ, ਉਹ ਵੀ ਤਾਂ ਖਤਮ ਹੋਣਗੇ ਨਾ ਹੌਲੀ ਹੌਲੀ, ਉਹ ਵੀ ਭੱਜਣਗੇ। ਸੋ ਜਿਹਦੇ ਕਰਕੇ ਇਹਨਾਂ ਦੇ ਖਾਣੇ ਦੀ ਕਮੀ ਹੋਊਗੀ, ਇਹਨਾਂ ਨੂੰ ਰਹਿਣ ਲਈ ਜਗ੍ਹਾ ਦੀ ਕਮੀ ਹੋਊਗੀ, ਜਿਹਦੇ ਕਰਕੇ ਇਹਨਾਂ ਦੀ ਆਬਾਦੀ ਫਿਰ ਘਟੂਗੀ ਕਿ ਵਧੂਗੀ? ਬਿਲਕੁਲ ਘਟੂਗੀ। ਸੋ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਕਿ ਡਿਕਲਾਈਨ ਆਫ ਅਵੇਲੇਬਲ ਹੈਬਿਟੇਟ ਐਂਡ ਪ੍ਰੇ। ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਕੰਸੀਡਰ ਦ ਫਲੋਇੰਗ ਸਟੇਟਮੈਂਟ ਐਂਡ ਸਿਲੈਕਟ ਦ ਮੋਸਟ ਐਪਰੋਪਰੀਏਟ ਆਨਸਰ। ਹੇਠ ਲਿਖਿਆ ਕਥਨਾਂ ਤੇ ਧਿਆਨ ਦਿਓ ਤੇ ਸਭ ਤੋਂ ਸਹੀ ਉੱਤਰ ਚੁਣੋ। ਇੰਡੀਆ ਇਜ਼ ਦ ਲਾਰਜੈਸਟ ਪ੍ਰੋਡਿਊਸਰ ਐਜ਼ ਵੈਲ ਐਜ਼ ਦ ਕੰਜ਼ਿਊਮਰ ਆਫ ਪਰਲਸ ਇਨ ਦ ਵਰਲਡ। ਥੀਜ਼ ਆਰ ਦ ਮੇਜਰ ਸੋਰਸ ਆਫ ਪ੍ਰੋਟੀਨ ਇਨ ਦ ਵੈਜੀਟੇਬਲ ਡਾਇਟ। ਤੇ ਵੇਖੋ ਕੀ ਇਹ ਗੱਲ ਸਹੀ ਹੈ ਕਿ ਪੂਰੀ ਦੁਨੀਆ ਵਿੱਚ ਭਾਰਤ ਦਾਲਾਂ ਦਾ ਬਹੁਤ ਵੱਡਾ ਉਤਪਾਦਕ ਤੇ ਗ੍ਰਾਹਕ ਹੈ। ਇਹ ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਦਾ ਮੁੱਖ ਸਰੋਤ ਹੈ। ਆਪਸ਼ਨ ਨੰਬਰ ਬੀ, ਥੀਜ਼ ਪਲਸਿਸ ਆਰ ਗਰੋਨ ਇਨ ਦ ਖਰੀਫ ਸੀਜ਼ਨ ਓਨਲੀ। ਕਿ ਇਹ ਜਿਹੜੀਆਂ ਫਸਲਾਂ ਹੁੰਦੀਆਂ ਨੇ ਦਾਲਾਂ ਵਰਗੀਆਂ, ਇਹਨਾਂ ਨੂੰ ਕੀ ਸਿਰਫ ਆਪਾਂ ਖਰੀਫ ਸੀਜ਼ਨ ਵਿੱਚ ਹੀ ਉਗਾਉਂਦੇ ਹਾਂ। ਆਪਸ਼ਨ ਨੰਬਰ ਬੀ 3 ਵੇਖੋ, ਪਲਸਿਸ ਆਰ ਮੋਸਟਲੀ ਗਰੋਨ ਇਨ ਰੋਟੇਸ਼ਨ ਵਿਦ ਅਦਰ ਕ੍ਰੌਪਸ। ਦਾਲਾਂ ਜ਼ਿਆਦਾਤਰ ਦੂਜੀਆਂ ਫਸਲਾਂ ਨਾਲ ਵਾਰੀਆਂ ਵਿੱਚ ਉਗਾਈਆਂ ਜਾਂਦੀਆਂ ਹਨ। ਜਾਂ ਫਿਰ ਆਪਸ਼ਨ ਨੰਬਰ 4 ਵੇਖੋ, ਪਲਸਿਸ ਨੀਡ ਮੋਰ ਮੋਇਸਚਰ ਐਂਡ ਕੈਨੋਟ ਸਰਵਾਈਵ ਇਨ ਡਰਾਈ ਕੰਡੀਸ਼ਨ। ਕਿ ਦਾਲਾਂ ਨੂੰ ਵੱਧ ਨਮੀ ਚਾਹੀਦੀ ਹੈ, ਸੁੱਕੇ ਮੌਸਮ ਵਿੱਚ ਇਹ ਉਗਾਈਆਂ ਨਹੀਂ ਜਾ ਸਕਦੀਆਂ। ਜਾਂ ਫਿਰ ਆਪਸ਼ਨ ਨੰਬਰ 5ਵਾਂ ਵੇਖੋ, ਭਾਰਤ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕਾ ਵੱਧ ਦਾਲਾਂ ਉਗਾਉਣ ਲਈ ਪ੍ਰਾਂਤ ਹਨ। ਸੋ ਇਹ ਗੱਲ ਤਾਂ ਠੀਕ ਲਿਖੀ ਹੋਈ ਹੈ। ਹੁਣ ਇਹਨਾਂ ਆਪਸ਼ਨਾਂ ਨੂੰ ਵੇਖੋ ਤੁਸੀਂ ਕਿਹੜਾ ਜਵਾਬ ਸਹੀ ਹੋਊਗਾ ਜੀ। ਮੈਂ ਤੁਹਾਨੂੰ ਇਹਦਾ ਵੀ ਸਿੱਧਾ ਜਵਾਬ ਦਊਂਗਾ ਜੀ। ਆਪਸ਼ਨ ਨੰਬਰ ਜਿਹੜਾ ਤੁਹਾਨੂੰ ਸੈਕਿੰਡ ਵੇਖਣ ਨੂੰ ਮਿਲ ਰਿਹਾ ਨਾ, ਆਪਸ਼ਨ ਨੰਬਰ ਤੁਸੀਂ ਧਿਆਨ ਨਾਲ ਸੈਕਿੰਡ ਵੇਖੋ, ਆਹ ਤੁਸੀਂ ਵੇਖ ਸਕਦੇ ਹੋ ਸੈਕਿੰਡ, ਪਲਸਿਸ ਆਰ ਗਰੋਨ ਇਨ ਖਰੀਫ ਸੀਜ਼ਨ ਓਨਲੀ। ਇਹ ਗੱਲ ਇੱਥੇ ਗਲਤ ਲਿਖੀ ਹੋਈ ਆ ਕਿਉਂਕਿ ਜਿਹੜੀਆਂ ਫਸਲਾਂ ਹੁੰਦੀਆਂ ਨੇ ਆਹ ਵਾਲੀਆਂ ਕਹਿ ਸਕਦੇ ਹਾਂ ਦਾਲਾਂ ਵਰਗੀਆਂ, ਇਹਨਾਂ ਨੂੰ ਆਪਾਂ ਖਰੀਫ ਅਤੇ ਰਬੀ ਸੀਜ਼ਨ ਵਿੱਚ ਵੀ ਆਪਾਂ ਮਤਲਬ ਕਿ ਖਰੀਫ ਫਸਲ ਵੀ ਹੁੰਦੀ ਆ ਅਤੇ ਇਹਨੂੰ ਆਪਾਂ ਰਬੀ ਸੀਜ਼ਨ ਵਿੱਚ ਵੀ ਗਰੋ ਕਰ ਸਕਦੇ ਹੁੰਦੇ ਹਾਂ। ਸੋ ਆਪਸ਼ਨ ਨੰਬਰ 2 ਤਾਂ ਹੋ ਗਿਆ ਗਲਤ। 2 ਦੇ ਨਾਲ ਤੁਹਾਡਾ ਜਿਹੜਾ ਆਪਸ਼ਨ ਨੰਬਰ 4 ਹੈਗਾ ਜੀ ਇਹ ਵੀ ਗਲਤ ਹੈ। ਪਲਸਿਸ ਨੀਡ ਮੋਰ ਮੋਇਸਚਰ ਐਂਡ ਕੈਨੋਟ ਸਰਵਾਈਵ ਇਨ ਡਰਾਈ ਕੰਡੀਸ਼ਨ। ਕਿ ਦਾਲਾਂ ਨੂੰ ਵੱਧ ਨਮੀ ਚਾਹੀਦੀ ਹੁੰਦੀ ਹੈ, ਨਹੀਂ ਚਾਹੀਦੀ ਹੁੰਦੀ, ਇੱਥੇ ਇਹਨਾਂ ਨੇ ਗਲਤ ਲਿਖਿਆ ਹੋਇਆ। ਸੁੱਕੇ ਮੌਸਮ ਵਿੱਚ ਵੀ ਇਹ ਨਹੀਂ ਉਗਾਈਆਂ ਜਾ ਸਕਦੀਆਂ। ਆਪਸ਼ਨ ਨੰਬਰ 4 ਵੀ ਗਲਤ ਹੋ ਗਿਆ। ਫਿਰ ਆਪਸ਼ਨ ਆ ਕਿਹੜੀ ਸਹੀ ਹੋਗੀ? ਪਹਿਲੀ, ਤੀਸਰੀ ਅਤੇ 5ਵੀਂ। ਮਤਲਬ ਕਿ ਇਹ ਗੱਲ ਠੀਕ ਲਿਖੀ ਹੋਈ ਹੈ। ਪਹਿਲੀ ਆਪਸ਼ਨ 'ਚ ਲਿਖਿਆ ਹੋਇਆ ਕਿ ਪੂਰੀ ਦੁਨੀਆ ਵਿੱਚ ਭਾਰਤ ਦਾਲਾਂ ਦਾ ਬਹੁਤ ਵੱਡਾ ਉਤਪਾਦਕ ਹੈ ਅਤੇ ਗ੍ਰਾਹਕ ਹੈ। ਇਹ ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਮੁੱਖ ਸਰੋਤ ਹੈ। ਬਿਲਕੁਲ ਇਹ ਗੱਲ ਸਹੀ ਹੈਗੀ ਆ। ਭਾਰਤ ਬਹੁਤ ਜ਼ਿਆਦਾ ਉਤਪਾਦਨ ਕਰਦਾ ਦਾਲਾਂ ਦਾ ਐਂਡ ਇੰਪੋਰਟ ਵੀ ਕਰਦਾ, ਮਤਲਬ ਭੇਜਦਾ ਨਹੀਂ, ਬਾਹਰੋਂ ਮੰਗਵਾਉਂਦਾ ਵੀ ਹੈ ਦਾਲਾਂ। ਇੰਨੀ ਮਤਲਬ ਆਪਾਂ ਨੂੰ ਦਾਲਾਂ ਘੱਟ ਜਾਂਦੀਆਂ ਨੇ। ਦਾਲਾਂ ਪ੍ਰੋਟੀਨ ਦਾ ਵੀ ਸੋਰਸ ਹੁੰਦਾ ਹੈ।
ऑप्शन नंबर 3 वेखो पल्सेज आर मोस्टली ग्रोन इन रोटेशन विद अदर क्रॉप्स, ये गल ठीक लिखी हुई है जी, बिल्कुल सही है। ऑप्शन नंबर लास्ट भी सही है कि भारत में मध्य प्रदेश, उत्तर प्रदेश, राजस्थान, महाराष्ट्र, कर्नाटका दाला गाउन वाले प्रांत है, बहुत दाला गाइया जांदियां इत्थे। सो ऑप्शन नंबर 1, 3 एंड 5 आर ट्रू। ऑप्शन नंबर बी वेखो जी, ये तुहाडा सही होएगा कि जवाब सही है जी ऑप्शन नंबर बी। इस दे नाल ही आपां की करांगे जी, आपां चलते हैं अगले प्रश्न ते। अगला प्रश्न है जी फाल्कन मार्क, अकॉर्डिंग टू फाल्कन मार्क एक स्वीडिश एक्सपर्ट है, वाटर स्ट्रेस अकर वैन वाटर अवेलेबिलिटी इज़ लैस दैन। स्वीडिश माहिर फाल्कन मार्क अनुसार पानी की कमी तो होंदी है जब पानी की उपलब्धता घट होंदी है, उस दे अनुसार पानी का दबाव हरकत में आउंदा है। जब पानी की उपलब्धता घट है, किन्नी घट होवे ते जिहड़ी पानी मतलब आप कह दें कि वाटर स्कैरसिटी की गल आपां नूं वेखण नूं मिलदी है 500 क्यूबिक मीटर पर परसन डे, भाव 500 घन मीटर एक आदमी एक दिन, 1000 क्यूबिक मीटर पर परसन डे, 1500 क्यूबिक मीटर पर परसन पर डे, या फिर 2000 क्यूबिक मीटर पर परसन पर डे। वैसे दोस्तों इहदा जिहड़ा सही जवाब होगा वो की होगा, वो होना है जी 500 क्यूबिक मीटर पर परसन डे। मतलब कि इहदा ये जवाब वैसे आपां सही लगावांगे, बट एक्चुअल च इहदा जिहड़ा जवाब हैगा जी वो की हुंदा है, मतलब कि आपां की कहने आ कि फाल्कन मार्क के अकॉर्डिंग ना कि आपां कह सकते हैं कि पानी की जिहड़ी घाट हैगी वो आपां नूं कित्थों वेखण नूं मिल सकती है। फाल्कन मार्क के अकॉर्डिंग जेकर 1000 मीटर तो घट कह सकते हैं, 1000 घन मीटर तो एक आदमी एक दिन लिए मतलब कि 1000 मीटर तो घट है, उन्होंने आपां कह दिंदे कि हाँ भी वाटर स्कैरसिटी की प्रॉब्लम हैगी आ। बट इत्थे ऑलरेडी सारे नालों घट तुहानूं जिहड़ा पानी की मात्रा हैगी आ ये वेखण नूं मिल रही है। एक होर ऑप्शन है जिहड़ी कि इहदे नालों भी घट है, सो आपां इहनूं ही जवाब लगावांगे। आंसर की दे विच इन्हां ने ऑप्शन नंबर ए नूं ही सही मन्निया होया। अदरवाइज इन्हां वल्लों फाल्कन मार्क वल्लों 1000 क्यूबिक मीटर पर परसन डे का जिहड़ा पानी की मात्रा होंदी है, जेकर इस तो पानी घटदा है तो आपां मनते हैं कि वाटर स्कैरसिटी की जिहड़ी प्रॉब्लम है ये तुहानूं वेखण नूं मिल सकती है। लास्ट प्रश्न है जी जिहदी आपां गल कर रहे हैं, हेठ दित्ते कथनां नूं ध्यान विच रख के एक सही उत्तर चुनो। वेखो की लिखिया होया, इंडिया हैव फेयरली रिच एंड वैरिड मटीरियल मिनरल रिसोर्सिस, भारत वक्रे वक्रे खनिज के काफ़ी अमीर स्रोत है। ऑप्शन नंबर बी च लिखिया होया, इंडिया हैव डिफरेंसिस इन जियोलॉजिकल स्ट्रक्चर प्रोसैस एंड टाइम इनवॉल्व इन द फॉर्मेशन ऑफ मिनरल्स। भारत में खनिजां के निर्माण में वखरा वखरा समा ते भूगोलिक ढांचा अते क्रिया शामिल है। इसका जिहड़ा सही जवाब है जी वो हैगा जी ऑप्शन नंबर ए। ऑप्शन नंबर ए इहदा क्यों सही जवाब है जी, क्योंकि पहली जिहड़ी गल लिखी हुई है कि तुहानूं तरह तरह का जिहड़ा वक्रे वक्रे खनिज जिहड़े हैगे आ जी ये तुहानूं वेखण नूं मिलदे आ। एंड इहदा कारण ये बिल्कुल सही है कि भारत में खनिजां के निर्माण में वखरा वखरा जिहड़ा समा ते भूगोलिक ढांचा ते क्रिया शामिल है। सो ऑप्शन नंबर ए इज़ द राइट आंसर। उम्मीद करदा सैशन तुहानूं यूजफुल रहा होगा। जेकर यूजफुल हैगा सी तो सैशन नूं लाइक करना बिल्कुल भी ना भुल्लिओ, चैनल नूं सबसक्राइब भी कर दिओ एंड वीडियो नूं शेयर भी कर दिओ। कमेंट करके नंबर जरूर दस्सिओ तुहाडे इत्थे किन्ने नंबर बने ने एंड जिन्ने भी आपां प्रश्न सॉल्व कर रहे हैं ये तुहाडे प्रीवियस ईयर दे विचों ही लए गए ने। सो इस दे नाल ही थैंक यू सो मच फॉर वॉचिंग। गॉड ब्लैस यू ऑल।